ਬਿਲਕੁਲ ਵਿਕ ਸਕਦਾ ਹੈ। ਇਹ ਤੇ ਸਾਰਾ ਕੁਛ ਮਾਲ ਵਿਕਾਊ ਹੈ, ਪਰ ਗੱਲ ਇਹ ਹੈ ਖਰੀਦਦਾਰ ਕੋਈ ਹੈ? ਅਸੀਂ ਮੰਗਾਂ ਕਰਦੇ ਹਾਂ ਉਹਨਾਂ ਕੋਲੋਂ, ਉਹ ਸਾਡੇ ਧੱਕੇ ਕਰਦੇ ਨੇ, ਉਹ ਜ਼ਬਰ ਕਰਦੇ ਨੇ। ਜੇ ਲੋਕਾਂ ਦੀ ਆਰਥਿਕਤਾ ਦਰੁਸਤ ਨਾ ਰਹੀ, ਕਾਹਦਾ ਐਂਟਰਟੇਨਮੈਂਟ? ਕਿੱਥੇ ਲੱਗਣਗੇ ਅਖਾੜੇ? ਕੌਣ ਪੁੱਛੂਗਾ ਗੀਤਕਾਰਾਂ ਨੂੰ? ਕੋਈ ਗੱਲ ਨਹੀਂ, ਬਿੱਲ ਜਿਹੇ ਜਿਵੇਂ ਆਉਂਦੇ ਨੇ ਉਹ ਮੁੜ ਵੀ ਜਾਂਦੇ। ਰਾਣਾ ਸ਼ੂਗਰਜ਼ ਲਿਮਟਿਡ ਬੁੱਟਰ ਸਿਵੀਆਂ ਅੰਮ੍ਰਿਤਸਰ ਦਾ ਵੱਡਾ ਦਾਅਵਾ, ਚੁਕੰਦਰ ਦੀ ਖੇਤੀ ਕਰੋ, ਕਣਕ ਨਾਲੋਂ ਵੱਧ ਮੁਨਾਫਾ ਕਮਾਓ। ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੈ ਤੇ ਜਿਸ ਜਗ੍ਹਾ ਤੇ ਚੁਕੰਦਰ ਦੀ ਖੇਤੀ ਹੁੰਦੀ ਹੈ ਉਸ ਦੀ ਉਪਜਾਊ ਸ਼ਕਤੀ ਵਧਦੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਸੁਖਚੈਨ ਸਿੰਘ ਹੋਰਾਂ ਨਾਲ 9888997609 9888997609। ਚੁਕੰਦਰ ਦੀ ਖੇਤੀ ਕਰੋ, ਵੱਧ ਆਮਦਨ ਕਰੋ। ਰਾਣਾ ਸ਼ੂਗਰਜ਼ ਲਿਮਟਿਡ ਬੁੱਟਰ ਸਿਵੀਆਂ ਅੰਮ੍ਰਿਤਸਰ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਗੋਵਿੰਦਰ ਸਿੰਘ ਜੰਗੀਆਣਾ ਤੇ ਤੁਸੀਂ ਜੁੜੇ ਹੋਏ ਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਅੱਜ ਤੁਹਾਡੀ ਮੁਲਾਕਾਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਕਰਾਵਾਂਗੇ। ਇਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਅੱਗੇ ਦੀ ਇਹਨਾਂ ਦੀ ਕੀ ਰਣਨੀਤੀ ਆ, ਕੀ ਇਹ ਅੱਗੇ ਕਰਨ ਜਾ ਰਹੇ ਆ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਰੇਡੀਓ ਪੰਜਾਬ ਟੂਡੇ ਦੇ। ਧੰਨਵਾਦ। ਪਹਿਲਾ ਸਵਾਲ ਇਹ ਆ ਕਿ ਕਾਨੂੰਨ ਬਣ ਚੁੱਕਿਆ ਜੀ, ਬਿੱਲ ਰਾਸ਼ਟਰਪਤੀ ਨੇ ਜਿਹੜੀ ਮੋਹਰ ਲਾ ਦਿੱਤੀ ਆ। ਅੱਜ ਤੋਂ 4 ਸਾਲ ਬਾਅਦ ਪੰਜਾਬ ਦੀ ਸਥਿਤੀ ਕੀ ਹੋਊਗੀ ਜੇ ਇਹ ਕਾਨੂੰਨ ਨਾ ਰੱਦ ਹੋਏ ਤਾਂ? ਜਿਹੜੇ ਇਹ ਕਾਨੂੰਨ ਨੇ, ਜਿੰਨੇ ਇਹ ਖਤਰਨਾਕ ਨੇ, ਅੱਜ ਤੋਂ 4 ਸਾਲ ਬਾਅਦ ਜਾਣੀ ਇਹ ਸਮਝ ਲਓ ਵੀ ਕਿਸਾਨੀ ਦਾ ਇੱਕ ਖਤਮ ਹੋਣ ਦੇ ਕਿਨਾਰੇ ਜਾ ਵੜੂਗੀ। ਕਿਉਂਕਿ ਤੁਸੀਂ ਅੱਜ ਦੀ ਹਾਲਤ ਹੀ ਦੇਖ ਲਓ ਵੀ ਕਿਸਾਨੀ ਹਰਿਆਣਾ ਦੇ ਵਿੱਚ ਕੁਛ ਅੱਜ ਸਵੇਰੇ ਚੱਲ ਰਿਹਾ ਸੀ ਕੁਛ ਸੋਸ਼ਲ ਮੀਡੀਆ ਦੇ ਉੱਤੇ, ਹਰਿਆਣਾ ਸਰਕਾਰ ਦਾ ਐਲਾਨ ਹੋਇਆ ਹੈ ਵੀ ਅਸੀਂ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਹੋ ਗਈ। ਉੱਥੇ ਮਤਲਬ ਇੱਕ ਚੈਨਲ ਵਾਲੇ ਨੇ 3 ਆੜ੍ਹਤੀਆਂ ਦੀ ਇੰਟਰਵਿਊ ਲਈ, ਉਹ ਕਹਿੰਦੇ ਵੀ ਇੱਕ ਦਾਣਾ ਵੀ ਕਿਸੇ ਖਰੀਦ ਏਜੰਸੀ ਨੇ ਨਹੀਂ ਖਰੀਦਿਆ। ਯਾਨੀ ਹੁਣ ਉੱਥੇ ਮਤਲਬ ਜਿਹੜਾ ਝੋਨਾ 1500 ਨੂੰ 2500 ਰੁਪਏ ਨੂੰ ਵਿਕ ਰਿਹਾ ਸੀ, ਉਹ ਅੱਜ ਇੱਥੇ 2000 ਨੂੰ ਵਿਕ ਰਿਹਾ। ਯਾਨੀ 500 ਰੁਪਇਆ ਘਾਟੇ ਨਾਲ ਵਿਕ ਰਿਹਾ। ਯਾਨੀ ਮੇਰੇ ਸਮਝ ਮੁਤਾਬਕ ਇਹ 4 ਸਾਲਾਂ ਨੂੰ ਜਿਹੜੀਆਂ ਖਰੀਦ ਏਜੰਸੀਆਂ ਜਦੋਂ ਮੰਡੀ 'ਚੋਂ ਚਲੀਆਂ ਗਈਆਂ, ਜਿਹੜੇ ਵਪਾਰੀ ਨੇ ਪ੍ਰਾਈਵੇਟ ਮੰਡੀਆਂ ਦੇ ਮਨਮਰਜ਼ੀ ਕਰਨਗੇ, ਖੇਤੀ ਘਾਟੇ ਜਾਊਗੀ, ਕਰਜ਼ਾ ਵਧੂਗਾ, ਬਗਾਵਤਾਂ ਉੱਠਣਗੀਆਂ, ਦੇਸ਼ ਦੀ ਆਰਥਿਕਤਾ ਵਿਗੜ ਜੂ ਬਗਾਵਤਾਂ ਦੇ ਵਿੱਚ। ਇਸ ਕਰਕੇ ਹਾਕਮ ਧਿਰ ਨੂੰ ਵਕਤ ਪਾ ਦੇਣਗੇ, ਲੋਕ ਖੜੇ ਹੋਣਗੇ, ਸੜਕਾਂ 'ਤੇ ਆਉਣਗੇ, ਕੋਈ ਰਾਹ ਨਹੀਂ, ਮੰਦੇ ਹਾਲ ਹੋਣਗੇ, ਸਾਂਭੇ ਨਹੀਂ ਜਾਣੇ ਜੀ। ਹੁਣ ਬਿੱਲ ਬਣ ਚੁੱਕਿਆ ਜੀ, ਕੀ ਰਣਨੀਤੀ ਅੱਗੇ ਤੁਹਾਡੀ ਜਥੇਬੰਦੀ ਦੀ ਕੀ ਆ? 31 ਜਥੇਬੰਦੀਆਂ ਇਕੱਠੀਆਂ ਵੀ ਹੋਈਆਂ, ਕੀ ਸੋਚਦੇ ਹੋ? ਕਿਵੇਂ ਤੁਸੀਂ ਸੈਂਟਰ ਨੂੰ ਹੁਣ ਸੈਂਟਰ ਤੇ ਪ੍ਰਭਾਵ ਪਾਉਣ ਜਾ ਰਹੇ ਹੋ? ਬਿੱਲ ਬਣ ਗਿਆ, ਉਹਨਾਂ ਨੇ ਬਣਾਤਾ ਇੱਕ ਕਾਗਜ਼ ਬਣਾ ਕੇ ਕਾਗਜ਼ਾਂ ਦਾ ਘਰ ਪੂਰਾ ਕਰ ਲਿਆ। ਅਸਲ 'ਚ ਬਿੱਲ ਫੀਲਡ 'ਚ ਕਿਵੇਂ ਲਾਗੂ ਹੁੰਦਾ ਹੈ? ਫੀਲਡ ਦੇ ਵਿੱਚ ਕਿੱਥੇ ਲੋਕਾਂ 'ਚ ਆਉਣਾ ਹੈ? 31 ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ। ਮੈਂ ਤਾਂ ਇਹ ਸਮਝਦਾ ਵੀ ਪੰਜਾਬ ਸਾਰਾ ਇਕੱਠਾ ਹੋ ਗਿਆ। ਇੱਕ ਬੀਜੇਪੀ ਹੈ ਜਿਹੜੀ ਉਹ ਸਾਡੇ ਨਿਸ਼ਾਨੇ 'ਤੇ ਆ। ਬੀਜੇਪੀ ਦੇ ਕਾਰਕੁਨ ਤੇ ਉਹਦੇ ਆਗੂ ਨਿਸ਼ਾਨੇ 'ਤੇ ਨੇ। ਕਾਰਪੋਰੇਟ ਘਰਾਣਿਆਂ ਦੇ ਜਿਹੜੇ ਸੈਕਟਰ ਨੇ, ਜਿਹੜੇ ਉਹਨਾਂ ਦੇ ਫੈਕਟਰ ਹੈ ਜਿਹੜੇ, ਉਹ ਸਾਡੇ ਨਿਸ਼ਾਨੇ 'ਤੇ ਨੇ। ਯਾਨੀ ਇਹ ਨਹੀਂ ਵੀ ਇਕੱਲੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਪੋਲੀਟੀਕਲ ਧਿਰਾਂ, ਵਿਦਿਆਰਥੀ, ਨੌਜਵਾਨ, ਮਜ਼ਦੂਰ, ਵਪਾਰੀ, ਸੈਲਰ ਮਾਲਕ, ਯਾਨੀ ਕੁੱਲ ਤਬਕਾ ਜਾਨੀ ਇਕੱਠਾ ਹੋ ਕੇ ਪੰਜਾਬ ਦਾ ਲੜ ਰਿਹਾ ਹੈ ਆਰਡੀਨੈਂਸਾਂ ਦੇ ਖਿਲਾਫ। ਕੋਈ ਗੱਲ ਨਹੀਂ, ਬਿੱਲ ਜਿਹੇ ਜਿਵੇਂ ਆਉਂਦੇ ਨੇ ਉਹ ਮੁੜ ਵੀ ਜਾਂਦੇ ਨੇ। ਸ਼ੰਭੂ ਬਾਰਡਰ ਤੇ ਵੀ ਇਕੱਠ ਹੋਇਆ ਜੀ, ਉੱਥੇ ਨੌਜਵਾਨਾਂ ਨੇ ਅਗਵਾਈ ਕੀਤੀ ਆ। ਹੁਣ ਵੀ ਨੌਜਵਾਨ ਜਿਹੜੇ ਬਟਾਲੇ ਦੇ ਵਿੱਚ ਵੀ ਕਲਾਕਾਰ ਸਾਰੇ ਇਕੱਠੇ ਹੋ ਕੇ ਇੱਕ ਸਟੇਜ ਤੇ ਉਹਨਾਂ ਨੇ ਉਹ ਵੀ ਆਪਣੇ ਲੈਵਲ ਤੇ ਰੋਸ ਪ੍ਰਦਰਸ਼ਨ ਕਰ ਰਹੇ ਆ। ਤੁਹਾਨੂੰ ਲੱਗਦਾ ਨਹੀਂ ਕਿ ਉਹ ਤੇ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁਣ, ਇਕੱਠੇ ਹੋ ਕੇ ਕੋਈ ਪ੍ਰੋਗਰਾਮ ਇਕੱਠਾ ਲਿਖਿਆ ਜਾਵੇ? ਇਹ ਸੰਭਵ ਹੋ ਸਕਦਾ ਜੀ? ਬਹੁਤ ਸ਼ੁਭ ਸ਼ਗਨ ਹੈ, ਚੰਗਾ ਕੰਮ ਹੈ, ਚੰਗੀ ਗੱਲ ਹੈ ਉਹ ਐਂ ਕਰ ਰਹੇ ਹੈ। ਵੈਸੇ ਤਾਂ ਕੋਈ ਕਿਸੇ ਤਰ੍ਹਾਂ ਵੀ ਕਰ ਰਿਹਾ ਹੈ, ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਸਾਰੇ ਹੋ ਕੇ ਜਿੰਨਾ ਚਿਰ ਇਕੱਠੇ ਹੋ ਕੇ ਕੋਈ ਲੜਾਈ ਨਹੀਂ ਦਿੰਦੇ ਉਹਨਾਂ ਚਿਰ ਕੋਈ ਗੱਲ ਨਹੀਂ ਬਣਨੀ। ਜਦੋਂ ਵੀ ਕੋਈ ਲੜ ਰਿਹਾ ਹੈ, ਲੜ ਤਾਂ ਆਰਡੀਨੈਂਸਾਂ ਦੇ ਖਿਲਾਫ ਰਿਹਾ, ਸੱਟ ਤਾਂ ਸਟੇਟ ਦੇ ਮਾਰ ਰਿਹਾ ਨਾ, ਸੱਟ ਤਾਂ ਸੈਂਟਰ ਗਵਰਨਮੈਂਟ ਦੇ ਫੈਸਲੇ ਦੇ ਮਾਰ ਰਿਹਾ। ਚਾਹੇ ਕਲਾਕਾਰ ਲੜ ਰਹੇ ਨੇ, ਚਾਹੇ ਵਪਾਰੀ ਲੜਨ, ਚਾਹੇ ਪੋਲੀਟੀਕਲ ਪਾਰਟੀਆਂ ਲੜਨ, ਚਾਹੇ ਟ੍ਰੇਡ ਜਥੇਬੰਦੀਆਂ ਲੜਨ। ਇਹ ਚੰਗੀ ਗੱਲ ਹੈ। ਅਸੀਂ ਕਹਿੰਦੇ ਵੀ ਉਹ ਕਲਾਕਾਰਾਂ ਨੇ ਇਸ ਗੱਲ ਨੂੰ ਪਛਾਣਿਆ ਵੀ ਇੰਟਰਟੇਨਮੈਂਟ ਵਾਲੀ ਗੱਲ ਨਹੀਂ ਹੈ ਇਕੱਲੀ। ਇੰਟਰਟੇਨਮੈਂਟ ਕਦੋਂ ਰਹੂਗਾ ਜੇ ਲੋਕਾਂ ਦੀ ਆਰਥਿਕਤਾ ਦਰੁਸਤ ਨਾ ਰਹੀ? ਕਾਹਦਾ ਇੰਟਰਟੇਨਮੈਂਟ? ਕਿੱਥੇ ਲੱਗਣਗੇ ਅਖਾੜੇ? ਕੌਣ ਪੁੱਛੂਗਾ ਗੀਤਕਾਰਾਂ ਨੂੰ? ਇਸ ਕਰਕੇ ਬਹੁਤ ਵਧੀਆ ਸੋਚਿਆ ਉਹਨਾਂ ਨੇ। ਇਹ ਮੌਕੇ ਨਾਲ ਸੱਟ ਮਾਰ ਰਹੇ ਨੇ, ਬਹੁਤ ਚੰਗਾ ਕੰਮ। ਬਹੁਤ ਸਾਰੇ ਲੋਕ ਇਹ ਸੋਚ ਰਹੇ ਹੈ ਜੀ ਕਿ ਕਲਾਕਾਰ ਚਲੋ ਇਕੱਠ ਤਾਂ ਕਰ ਰਹੇ ਆ, ਉਹਨਾਂ ਨੇ ਲੋਕ ਜਾਣਦੇ ਆ, ਨੌਜਵਾਨ ਜਾਣਦੇ ਉਹਨਾਂ ਨੂੰ, ਫੇਮਸ ਆ, ਉਹ ਇਕੱਠ ਹੋ ਰਿਹਾ, ਪਰ ਉਹਨਾਂ ਤੋਂ ਚੰਗੀ ਗਵਾਹੀ ਨਹੀਂ ਹੋ ਰਹੀ। ਕਿ ਤੁਸੀਂ ਉਹਨਾਂ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਦਿਓ, ਤੁਸੀਂ ਤੁਹਾਡਾ ਤਜਰਬਾ ਹੈਗਾ ਜਥੇਬੰਦੀਆਂ ਦਾ, ਉਹ ਇਕੱਠ ਕਰ ਸਕਦੇ, ਨੌਜਵਾਨ ਸੱਦ ਸਕਦੇ ਆ।
ਇਹ ਹੋ ਸਕਦਾ ਜੀ, ਮਤਲਬ ਤੁਸੀਂ ਮੂਹਰੇ ਲੱਗੋ ਜੇ ਉਹ ਤੁਹਾਡੇ ਨਾਲ ਗੱਲਬਾਤ ਕਰਨ ਤਾਂ? ਕਹਿੰਦੇ ਨਹੀਂ ਹੁੰਦੇ ਵੀ ਜਿਸ ਕਾ ਕੰਮ ਉਸੀ ਕੋ ਸਾਜੇ। ਜਿਨ੍ਹਾਂ ਦੇ ਕੋਲੇ ਜੇ ਦੇਖੋ ਕਲਾਕਾਰ ਨੇ, ਅਸੀਂ ਕਲਾਕਾਰ ਗੀਤ ਨਹੀਂ ਗਾ ਸਕਦੇ। ਅਸੀਂ ਜਥੇਬੰਦੀਆਂ ਦਾ ਕੰਮ ਕਰ ਸਕਦੇ ਹਾਂ। ਜੋ ਕੰਮ ਅਸੀਂ ਕਰ ਸਕਦੇ ਹਾਂ ਉਹ ਸਾਨੂੰ ਹੀ ਵਾਰਾ ਖਾਂਦਾ। ਜੋ ਉਹ ਕੰਮ ਕਰ ਸਕਦੇ ਨੇ ਉਹਨਾਂ ਨੂੰ ਹੀ ਵਾਰਾ ਖਾਂਦਾ। ਇਹ ਗੱਲ ਚੰਗੀ ਤਾਂ ਹੈ ਨਾ ਵੀ ਨੌਜਵਾਨਾਂ ਨੂੰ ਉਹ ਫੀਲਡ 'ਚ ਲੈ ਕੇ ਤਾਂ ਗਏ ਨੇ। ਇਹ ਗੱਲ ਵੀ ਬਣ ਜੂਗੀ ਕਿ ਅਸੀਂ ਆਪਦੀ ਸਮਝ ਉਹਨਾਂ ਤੱਕ ਪਹੁੰਚਾਉਣ 'ਚ ਕਾਮਯਾਬ ਹੋਈਏ। ਸਾਡੇ ਨਾਲ ਨੌਜਵਾਨਾਂ ਦਾ ਬਹੁਤ ਵੱਡਾ ਹਿੱਸਾ ਆ ਰਿਹਾ ਹੈ, ਜੇ ਉਹਨਾਂ ਨਾਲ ਵੀ ਜਾ ਰਿਹਾ ਹੈ, ਤਾਂ ਉਹ ਇਹ ਗੱਲ ਹੋ ਜੂ ਕਿ ਨੇੜਤਾ ਵੀ ਬਣ ਜੂਗੀ, ਸਾਡੀ ਆਪਸ ਨੇੜਤਾ ਵੀ ਬਣ ਜੂ, ਸਾਂਝ ਵੀ ਕਿਸੇ ਪਲੇਟਫਾਰਮ 'ਤੇ ਬਣ ਸਕਦੀ ਹੈ। ਇਹ ਸੋਚਣਾ ਪਊਗਾ ਵੀ ਇਹਦੇ ਵਿੱਚ ਕਿਤੇ ਅਸੀਂ ਇਕੱਠੇ ਹੋਣ ਦੇ ਚਾਅ 'ਚ ਕਿਤੇ ਅਸੀਂ ਨਵਾਂ ਝਗੜਾ ਤਾਂ ਨਹੀਂ ਕੋਈ ਛਿੜ ਜੂਗਾ, ਕੋਈ ਨਵਾਂ ਰੱਟਾ ਤਾਂ ਨਹੀਂ ਛਿੜ ਜੂਗਾ, ਕੋਈ ਆਪ ਮੁਹਾਰਤਾਂ ਤਾਂ ਨਹੀਂ ਉਹਦੇ ਵਿੱਚ ਜਾਊਗੀ। ਯਾਨੀ ਉਹ ਜ਼ਿਆਦਾ ਖਤਰਨਾਕ ਹੈ ਸਾਡੇ ਇਕੱਠੇ ਹੋਣ ਨਾਲੋਂ। ਕੋਈ ਇਸ ਕਰਕੇ ਜਦੋਂ ਵੀ ਇਕੱਠੇ ਹੋ ਕੇ ਲੜਨਾ ਹੁੰਦਾ ਹੈ, ਉਦੋਂ ਹੀ ਵਿਚਾਰਨਾ ਹੁੰਦਾ ਵੀ ਯਾਰ ਜੇ ਆਪਣਾ ਇਕੱਠ ਹੋ ਗਿਆ ਬਹੁਤ ਵੱਡਾ, ਫਿਰ ਇਹ ਤਾਂ ਨਹੀਂ ਝਗੜਾ ਪੈ ਜੂ ਵੀ ਸਟੇਜ 'ਤੇ ਮੈਂ ਬੋਲਾਂ ਜਾਂ ਮੈਂ ਹੀ ਬੈਠਾਂ, ਮੇਰੀ ਇਹ ਪੁੱਗੇ, ਮੈਂ ਹੀ ਅਗਵਾਈ ਕਰਾਂ। ਯਾਨੀ ਇਹਦੇ ਨਾਲੋਂ ਚੰਗਾ ਇਹ ਹੈ ਵੀ ਉਹ ਝੇੜੇ ਨਾਲੋਂ ਆਪਦੀ ਤਾਕਤ ਨੂੰ ਕਮਜ਼ੋਰ ਕਰੀਏ, ਆਪਦੀ ਲਹਿਰ ਨੂੰ ਕਮਜ਼ੋਰ ਕਰੀਏ। ਸਾਨੂੰ ਸੋਚ ਸਮਝ ਕੇ ਇਹ ਕਦਮ ਚੁੱਕਣਾ ਚਾਹੀਦਾ। ਅਸੀਂ ਕਰਾਂਗੇ ਕੋਸ਼ਿਸ਼। ਜੀ, ਤੁਹਾਡੀ ਜਥੇਬੰਦੀ ਦਾ ਇੱਕ ਰੂਲ ਆ ਜੀ, ਤੁਸੀਂ ਨਾ ਤਾਂ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਬੋਲਣ ਦਿੰਦੇ ਹੋ ਜੀ, ਨਾ ਤੁਸੀਂ ਕਲਾਕਾਰਾਂ ਨੂੰ ਬੋਲਣ ਦਿੱਤਾ ਹੈਗਾ। ਹੁਣ ਤੁਹਾਨੂੰ ਇਹ ਲੱਗਦਾ ਨਹੀਂਗਾ ਕਿ ਜਿਹੜੇ ਚੰਗੇ ਵਿਜ਼ਨ ਵਾਲੇ ਆ ਜੀ, ਜਿਵੇਂ ਬਹੁਤ ਸਾਰੇ ਸਿਆਸੀ, ਸਾਰੇ ਤਾਂ ਮਾੜੇ ਨਹੀਂ ਹੋ ਸਕਦੇ, ਕੋਈ ਇੱਕ ਤਾਂ ਚੰਗਾ ਤਾਂ ਹੋਊਗਾ ਜੀ, ਵੀ ਉਹਨਾਂ ਨੂੰ ਬੋਲਣ ਦੇਣਾ ਚਾਹੀਦਾ, ਜਾਂ ਜਿਹੜੇ ਸਹਿਰਤ ਕਲਾਕਾਰ ਆ ਜੀ, ਜਿਹੜੇ ਵਧੀਆ ਜਿਨ੍ਹਾਂ ਨੇ ਸੱਭਿਆਚਾਰ ਗਾਇਆ, ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਤੇ ਗਾਇਆ ਜੀ, ਉਹਨਾਂ ਨੂੰ ਬੋਲਣ ਦੇਣਾ ਚਾਹੀਦਾ ਗਾ। ਬਿਲਕੁਲ ਠੀਕ ਹੈ, ਤੁਸੀਂ ਗੱਲ ਠੀਕ ਕਹਿ ਰਹੇ ਹੋ। ਇਹ ਕਲਾਕਾਰਾਂ ਨੂੰ ਤੇ ਸਿਆਸੀਆਂ ਨੂੰ ਇੱਕ ਰੱਸੇ ਨਹੀਂ ਬੰਨ੍ਹਿਆ ਜਾ ਸਕਦਾ। ਕਲਾਕਾਰਾਂ ਦੇ ਵਿੱਚ ਕੈਟੇਗਰੀਆਂ ਨੇ। ਪੋਲੀਟੀਕਲ ਲੋਕਾਂ ਨੂੰ ਅਸੀਂ ਇੱਕ ਮਾੜੇ ਕਹੀਏ, ਬੰਦੇ ਨਹੀਂ ਕਦੇ ਮਾੜੇ ਹੁੰਦੇ। ਬੰਦਾ ਕੋਈ ਵੀ ਨਹੀਂ ਮਾੜਾ। ਪੋਲੀਟੀਕਲ ਪਾਰਟੀਆਂ ਦੇ ਵਿੱਚ ਬਹੁਤ ਵਧੀਆ ਬੰਦੇ ਰਹਿੰਦੇ ਆ। ਅਸਲ 'ਚ ਜਿਹੜੇ ਥੜੇ ਦੇ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ, ਉਹ ਜਿਹੜੀਆਂ ਨੀਤੀਆਂ ਉਹਨਾਂ ਨੂੰ ਪਾਬੰਦ ਕਰਦੀਆਂ, ਉਹ ਨੀਤੀਆਂ ਜਿਹੜੀਆਂ ਤੇ ਉਹਨਾਂ ਉਹ ਪਹਿਰੇਦਾਰੀ ਕਰਦੇ ਨੇ। ਜਦੋਂ ਉਹ ਕਸਮ ਖਾ ਕੇ ਜਾਂਦੇ ਨੇ ਵੀ ਅਸੀਂ ਹਾਂ ਸਰਕਾਰ ਦੇ ਜੀ ਵਿਧਾਨ ਇਹਨਾਂ ਪਹਿਰਿਆਂ ਆਹ ਨੀਤੀਆਂ ਜਿਹੜੀਆਂ ਪਹਿਲੀ ਸਰਕਾਰ ਨੇ ਬਣਾਈਆਂ ਸੀ, ਉਹਨਾਂ ਨੀਤੀਆਂ ਦੇ ਅਸੀਂ ਪਾਬੰਦ ਹਾਂ। ਉਹ ਨੀਤੀਆਂ ਮਾੜੀਆਂ ਨੇ। ਇਸ ਕਰਕੇ ਸਾਡੀ ਉਹਨਾਂ ਨਾਲ ਤਾਂ ਵਖਰੇਵੇਂ ਵਾਲੀ ਗੱਲ ਇਹ ਬਣਦੀ ਵੀ ਉਹ ਨਾ ਇੱਥੇ ਆਉਣ। ਬਹੁਤ ਲੋਕ ਇਹ ਕਹਿੰਦੇ ਆ ਕਿ ਤੁਸੀਂ ਪਟਿਆਲੇ ਧਰਨਾ ਲਾਇਆ, ਵੀ ਪੰਜਾਬ ਲੈਵਲ ਤੇ ਤੁਸੀਂ ਧਰਨੇ ਲਾ ਰਹੇ ਹੋ, ਪਰ ਦਿੱਲੀ ਨਹੀਂ ਘੱਟ ਹਿੱਲ ਰਹੀ ਆ। ਉਹ ਕਹਿੰਦੇ ਆ ਕਿ ਦਿੱਲੀ ਜਾਣਾ ਚਾਹੀਦਾ। ਤੁਹਾਡਾ ਕੀ ਪ੍ਰੋਗਰਾਮ ਆ, ਕੀ ਤੁਹਾਡੀ ਨੀਤੀ ਆ ਦਿੱਲੀ ਜਾਣ ਬਾਰੇ ਅੱਗੇ, ਜਾਂ ਤੁਸੀਂ ਇੱਥੇ ਰਹਿ ਕੇ ਹੀ ਸੰਘਰਸ਼ ਕਰੋਗੇ? ਕੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇੱਥੇ ਰਹਿ ਕੇ ਜਿੱਤਿਆ ਜਾ ਸਕਦੀ ਹੈ ਜੰਗ ਇਹ? ਦੇਖੋ ਮੈਂ ਪਹਿਲਾਂ ਵੀ ਗੱਲ ਜਿਹੜੀ ਤੁਸੀਂ ਪਹਿਲਾਂ ਗੱਲ ਤੁਹਾਡੀ ਪਹਿਲੀ ਗੱਲ ਦਾ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਆ ਗਿਆ। ਹਰ ਇੱਕ ਜਥੇਬੰਦੀ ਦੀ ਆਪਦੀ ਪਾਲਿਸੀ। ਸਾਡੀ ਪਾਲਿਸੀ ਇਹ ਹੈ ਵੀ ਤਾਕਤ ਤਾਂ ਅਸੀਂ ਉਹ ਮੰਨਾਂਗੇ ਕਿ ਦਿੱਲੀ ਸਾਡੇ ਕੋਲ ਆਵੇ, ਕਿ ਦਿੱਲੀ ਕੋਲੇ ਅਸੀਂ ਜਾਈਏ। ਅਸੀਂ ਮੰਗਾਂ ਕਰਦੇ ਹਾਂ ਉਹਨਾਂ ਕੋਲੋਂ, ਉਹ ਸਾਡੇ ਧੱਕੇ ਕਰਦੇ ਨੇ, ਉਹ ਜ਼ਬਰ ਕਰਦੇ ਨੇ। ਅਸੀਂ ਜਾ ਕੇ ਫਿਰ ਉਹਨਾਂ ਦਾ ਬੂਹਾ ਖੜਕਾਈਏ ਤੇ ਉਹ ਬੂਹਾ ਬੰਦ ਕਰਨ, ਤੇ ਬੂਹਾ ਬੰਦ ਕਰਨ ਲੱਗੇ ਜਦੋਂ ਅਸੀਂ ਦਰਵਾਜ਼ਾ ਖੋਲ੍ਹੀਏ ਸਾਡੇ ਤੇ ਉਹ ਡਾਂਗਾ ਮਾਰਨ। ਸਾਡੇ ਕੋਲੇ ਉਹਨਾਂ ਦੀ ਪਬਲਿਕ, ਉਹਨਾਂ ਦਾ ਬਹੁਤ ਕੁਛ ਦਿੱਲੀ ਦਾ ਇੱਥੇ ਪਿਆ। ਆਹ ਰੇਲਾਂ ਪਈਆਂ ਨੇ, ਸੜਕਾਂ ਪਈਆਂ ਨੇ, ਬੜੇ ਮਾਲ ਨੇ, ਟੋਲ ਪਲਾਜ਼ੇ ਨੇ, ਪੈਟਰੋਲ ਪੰਪ ਨੇ, ਕਾਰਪੋਰੇਟ ਘਰਾਣਿਆਂ ਦਾ ਬਹੁਤ ਕੁਛ ਦਿੱਲੀ ਦਾ ਇੱਥੇ ਖੰਡਾਇਆ ਪਿਆ। ਦਿੱਲੀ ਨੂੰ ਅਸੀਂ ਇੱਥੇ ਕਿਹੜਾ ਬੁਲਾ ਨਹੀਂ ਸਕਦੇ। ਜੇ ਜਾਣੀ ਜਥੇਬੰਦਕ ਤਾਕਤ ਤਕੜੀ ਹੁੰਦੀ ਹੈ, ਇਹ ਸਾਡੇ ਤਜਰਬੇ ਨੇ। ਕਈ ਵਾਰ ਦਿੱਲੀ ਅਸੀਂ ਇੱਥੇ ਬੁਲਾਈ ਹੈ। ਅਸੀਂ ਪਹਿਲਾਂ ਵੀ ਇੱਕ ਵਾਰ ਝੋਨਾ ਬਦਰੰਗ ਦਾ ਭੂਰੇ ਲਾਲ ਕਹਿ ਗਿਆ ਸੀ ਵੀ ਬਦਰੰਗ ਹੋ ਗਿਆ ਝੋਨਾ, ਕਾਲਾ ਪੰਜਾਬ ਦਾ ਝੋਨਾ ਤਾਂ ਖਾਣ ਦੇ ਕਾਬਲ ਹੀ ਨਹੀਂ। 72 ਘੰਟੇ ਰੇਲਾਂ ਰੋਕੀਆਂ, ਉਹੀ ਕੇਂਦਰ ਆ ਗਿਆ। ਇੱਕ ਵਾਰੀ ਕੇਂਦਰ ਸਰਕਾਰ ਨੇ ਵੀ ਇਹੀ ਮੋਦੀ ਦੀ ਸਰਕਾਰ ਨੇ ਕਣਕ ਦਾ ਰੇਟ ਘਟਾਤਾ ਸੀ। ਕਹਿੰਦਾ ਜੀ ਕਣਕ ਤਾਂ ਸਾਡੇ ਕੋਲੇ ਵਾਧੂ ਪਈ ਹੈ, ਹੁਣ ਇੰਨੀ ਮਹਿੰਗੀ ਲੈਣ ਦੀ ਕੀ ਲੋੜ ਹੈ। ਰੇਲਾਂ ਰੋਕੀਆਂ ਤੇ ਰਾਤੇ ਰਾਤ ਉਹ ਗੱਲ ਬਦਲ ਗਈ। ਇੱਕ ਵਾਰੀ ਅਸੀਂ ਕਾਟਨ ਕਾਰਪੋਰੇਸ਼ਨ ਦੇ ਵਾਸਤੇ ਬਠਿੰਡਾ ਜੰਕਸ਼ਨ ਘੇਰਿਆ, ਉਦੋਂ ਸੀਸੀ ਆ ਗਈ ਸਾਰੀਆਂ ਮੰਡੀਆਂ 'ਚ। ਯਾਨੀ ਮੇਰਾ ਕਹਿਣ ਦਾ ਮਤਲਬ ਵੀ ਜੀ ਲੋਕਾਂ ਦੀ ਤਾਕਤ ਹੈ, ਉਹ ਲੋਕਾਂ ਦੀ ਤਾਕਤ ਦਿੱਲੀ ਨੂੰ ਇੱਥੇ ਬੁਲਾ ਸਕਦੀ ਹੈ। ਉਹ ਵੈਸੇ ਹਰੇਕ ਜਥੇਬੰਦੀ ਦੀ ਆਜ਼ਾਦ ਹੋਂਦ ਹੈ, ਆਪਦੀ ਆਜ਼ਾਦ ਹੈਸੀਅਤ ਹੈ। ਜਿਹਨੂੰ ਜਿਹੜਾ ਰਾਹ ਠੀਕ ਲੱਗਦਾ ਦਿੱਲੀ ਜਾ ਕੇ ਮੰਨਣਾ ਨੂੰ ਠੀਕ ਲੱਗਦਾ ਉਹ ਇੱਧਰ ਕਰ ਲੈਣ, ਜਿਹਨਾਂ ਨੂੰ ਇਹ ਠੀਕ ਲੱਗਦਾ ਉਹ। ਤੁਹਾਡੀ ਜਥੇਬੰਦੀ ਦਾ ਪ੍ਰੋਗਰਾਮ ਹੈ ਨਹੀਂ ਹਜੇ ਜਾਣ? ਸਾਡੀ ਜਥੇਬੰਦੀ ਦਾ ਫਿਲਹਾਲ ਨਹੀਂ, ਅਸੀਂ ਤਾਂ ਇੱਥੇ ਹੀ ਦੇਖਾਂਗੇ। ਚੱਲ ਤੁਸੀਂ ਕੀ ਅੱਗੇ ਕਰਨ ਜਾ ਰਹੇ ਆ ਆਪਣੀ ਜਥੇਬੰਦੀ ਵੱਲੋਂ? ਅਸੀਂ ਜਥੇਬੰਦੀ ਵੱਲੋਂ ਅੱਜ ਤੁਹਾਡੇ ਸਾਹਮਣੇ ਮੀਟਿੰਗ ਰੱਖੀ ਵੀ ਹੈ। ਅਸੀਂ ਸਾਡੇ ਨਿਸ਼ਾਨੇ ਤੇ ਵੱਡੇ ਜਿਹੜੇ ਗੋਦਾਮ ਨੇ, ਛੇਲੋ ਗੋਦਾਮ, ਉਹ ਸਾਡੇ ਨਿਸ਼ਾਨੇ ਤੇ ਨੇ। ਟੋਲ ਪਲਾਜ਼ੇ ਸਾਡੇ ਨਿਸ਼ਾਨੇ ਤੇ ਨੇ। ਜਿਹੜੇ ਬੀਜੇਪੀ ਦੇ ਆਗੂ ਨੇ ਜਿਹੜੇ, ਉਹ ਸਾਡੇ ਨਿਸ਼ਾਨੇ ਤੇ ਨੇ। ਪੈਟਰੋਲ ਪੰਪ ਸਾਨੂੰ ਕਹਿਤਾ ਵੀ ਪੈਟਰੋਲ ਪੰਪ ਸਾਡੇ ਨਿਸ਼ਾਨੇ ਤੇ ਨੇ। ਤੇ ਅਸੀਂ ਜਿੰਨੇ ਵੀ ਇਹਨਾਂ ਦੇ ਯਾਨੀ ਪ੍ਰੋਜੈਕਟ ਨੇ, ਆਹ ਵੱਡੇ ਮਾਲ ਜਿਨ੍ਹਾਂ ਦੇ ਵਿੱਚ ਇਹ ਬਹੁਤ ਸਾਰਾ ਕੁਛ ਵੇਚਦੇ ਆ, ਉਹ ਸਾਡੇ ਨਿਸ਼ਾਨੇ ਤੇ ਨੇ। ਤੇ ਥਰਮਲ ਪਲਾਂਟ ਜਿਨ੍ਹਾਂ ਨਾਲ ਸਮਝੌਤੇ ਕਰਕੇ ਸਰਕਾਰ ਨੇ ਮਹਿੰਗੀ ਬਿਜਲੀ ਲੋਕਾਂ ਨੂੰ ਸਪਲਾਈ ਕੀਤੀ ਹੈ, ਉਹ ਵੱਡੀਆਂ ਕੰਪਨੀਆਂ ਦੇ ਨੇ। ਇਹ ਯਾਨੀ ਸਾਡੇ ਨਿਸ਼ਾਨੇ ਤੇ ਨੇ। ਅੱਜ ਅਸੀਂ ਫੈਸਲਾ ਕਰਨਾ
ਅਸੀਂ ਇਹਨਾਂ ਦੇ ਘਿਰਾਓ ਕਰਾਂਗੇ, ਇਹਨਾਂ ਮੂਹਰੇ ਧਰਨੇ ਲਾਵਾਂਗੇ। ਅਸੀਂ ਜਿੱਥੇ ਰੇਲਾਂ ਰੋਕਾਂਗੇ 1 ਤਰੀਕ ਨੂੰ, ਉੱਥੇ ਨਾਲ ਦੀ ਨਾਲ ਸਾਰਾ ਕੁਝ ਵੀ ਕਰਾਂਗੇ ਜੋ ਤੁਹਾਨੂੰ ਗਿਣਿਆ। ਕੀ ਲੱਗਦਾ ਜੀ, ਤੁਸੀਂ ਪੈਟਰੋਲ ਪੰਪਾਂ ਦੀ ਗੱਲ ਕੀਤੀ, ਜਿਹੜੇ ਕਾਰਪੋਰੇਟ ਘਰਾਣਿਆਂ ਦੇ ਆ, ਜਾਂ ਤੁਸੀਂ ਟੋਲ ਪਲਾਜ਼ਿਆਂ ਦੀ ਗੱਲ ਕੀਤੀ, ਇਹ ਨਾਲ ਕੀ ਫਰਕ ਪਊਗਾ ਜੀ? ਇਹ ਸਰਕਾਰ ਤੇ ਕਿੰਨਾ ਕੁ ਅਸਰ ਕਰਨਾ ਹੋਊਗਾ ਜੀ ਇਹ ਗੱਲ ਇਹ ਦਾ? ਅਸਲ ਇਹ ਜਿਹੜੇ ਮੈਂ ਤੁਹਾਨੂੰ ਗਿਣਾਏ ਨੇ, ਅਸੀਂ ਸਾਰੇ ਪੈਟਰੋਲ ਪੰਪਾਂ ਦੀ ਗੱਲ ਨਹੀਂ ਕੀਤੀ। ਇਹ ਸਰਕਾਰ ਦੇ ਪੁਰਜੇ ਨੇ। ਸਰਕਾਰ ਨੇ ਇਹਨਾਂ ਅਦਾਰਿਆਂ ਰਾਹੀਂ ਕਾਰਪੋਰੇਟ ਘਰਾਣਿਆਂ ਦੇ ਘਰ ਭਰਨੇ ਸ਼ੁਰੂ ਕੀਤੇ ਨੇ। ਇਹ ਲੁੱਟ ਦਾ ਇੱਕ ਸਾਧਨ ਹੈ। ਜਿਵੇਂ ਹੁਣ ਤੁਹਾਨੂੰ ਮੈਂ ਵੱਡੇ ਗੋਦਾਮ ਦੀ ਮੋਗੇ ਦੇ ਵਿੱਚ ਇੱਕ ਸ਼ੀਲੋ ਗੋਦਾਮ ਖੋਲ੍ਹਿਆ, ਉਹਦੇ ਵਿੱਚ 40 ਲੱਖ ਬੋਰੀ ਲੱਗਦੀ ਹੈ। 40 ਲੱਖ ਬੋਰੀ ਦੀ ਢੋਆ-ਢੁਆਈ ਕਰਨ ਦੀ ਖਾਤਰ ਉਹਨਾਂ ਨੇ ਸਿਰਫ 10 ਬੰਦੇ ਰੱਖੇ, 10 ਮਜ਼ਦੂਰ। ਨਾ ਮਜ਼ਦੂਰ ਦੀ ਲੋੜ, ਟਰਾਂਸਪੋਰਟ ਉਹਨਾਂ ਦੀ ਆਪਦੀ, ਕੰਮਕਾਰ ਮਸ਼ੀਨਰੀ ਉਹਨਾਂ ਦੀ ਆਪਦੀ। ਉਹ ਐਡੇ ਗੋਦਾਮ ਰੱਖੇ ਨੇ ਤੇ ਉੱਥੇ 97 ਰੁਪਈਆ ਪਰ ਕੁਆਂਟਲ ਦਾ ਇੱਕ ਮਹੀਨੇ ਦਾ ਕਿਰਾਇਆ ਹੈ ਉਹਦਾ। ਜਾਣੀ ਇਹ ਜਿਹੜੀ ਪ੍ਰੋਫਿਟ ਹੈ ਵੱਡੇ ਕੰਪਨੀਆਂ ਨੂੰ ਮੁਨਾਫਾ ਦੇ ਕੇ ਇੱਧਰੋਂ ਦੇਣ ਦਾ, ਅਨਾਜ ਸਾਂਭਣ ਦਾ। ਵਪਾਰੀਆਂ ਨੂੰ ਛੋਟ ਦੇਤੀ, ਉਹਨਾਂ ਵਾਸਤੇ ਖੁੱਲ੍ਹ ਕਰਤੀ, ਮੰਡੀ ਖੁੱਲ੍ਹੀ ਕਰਤੀ। ਉਹਨਾਂ ਨੂੰ ਗੋਦਾਮ ਧਰਨ ਵਾਸਤੇ ਗੋਦਾਮ ਵੀ ਮੁਹੱਈਆ ਕਰਾਤੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ। ਤੇ ਉਹਨਾਂ ਨੂੰ ਅਨਾਜ ਹੋਰ ਮਹਿੰਗਾ ਹੋ ਜੇ, 97 ਰੁਪਇਆ ਕਿਰਾਇਆ ਉਹ ਖਪਤਕਾਰਾਂ ਦੀ ਪੈਣਾ। ਜਿੰਨੀ ਵੀ ਮਹਿੰਗੀ ਉਹਨਾਂ ਨੇ ਜੋ ਮਰਜ਼ੀ ਰੇਟ ਖਰੀਦਣ, ਇਹ ਸਾਰਾ ਖਪਤਕਾਰ ਤੇ ਜੁੜਨਾ ਹੈ। ਉਹ ਲੁੱਟ ਦੇ ਸਾਧਨ ਨੇ। ਇਸ ਕਰਕੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਗਿਣਾਈਆਂ ਨੇ, ਇਹ ਸਾਰੀਆਂ ਵੱਡੀਆਂ ਕੰਪਨੀਆਂ ਦੇ ਰਾਹੀਂ ਸਾਡੇ ਲੋਕਾਂ ਦੀ ਰੱਤ ਚੂਹਣ ਵਾਲੀਆਂ ਜੋਕਾਂ ਨੇ ਇਹ। ਅਸੀਂ ਇਹ ਸੰਕੇਤ ਦਿੰਦੇ ਹਾਂ ਵੀ ਅਸੀਂ ਇਹ ਨਹੀਂ ਵੀ ਇਕੱਲੇ ਆਰਡੀਨੈਂਸ ਵਾਪਸ ਕਰਾਉਣ ਤੱਕ ਹੀ ਸੀਮਤ ਹਾਂ। ਅਸੀਂ ਇਹਨਾਂ ਨਾਲ ਵੀ ਟੱਕਰਾਂਗੇ, ਅਸੀਂ ਇਹਨਾਂ ਤੋਂ ਲੁੱਟ ਬਚਾਵਾਂਗੇ ਤੁਹਾਡੀ। ਇਹ ਸਰਕਾਰੀ ਕਿਉਂ ਨਹੀਂ ਬਣ ਸਕਦੇ ਟੋਲ ਪਲਾਜ਼ੇ ਬਈ? ਉੱਥੇ ਸਾਡੇ ਮੁੰਡੇ ਸਰਕਾਰੀ ਨੌਕਰ ਕਿਉਂ ਨਹੀਂ ਹੋ ਸਕਦੇ? ਇਹੀ ਪੈਸਾ ਸਰਕਾਰ ਦੇ ਖਜ਼ਾਨੇ 'ਚ ਕਿਉਂ ਨਹੀਂ ਜਾ ਸਕਦਾ? ਇਸ ਕਰਕੇ ਇਹ ਜਿਹੜੀ ਹੈ ਸਕੀਮ ਹੈ, ਅਸੀਂ ਇਸ ਕਰਕੇ ਉਹਨਾਂ 'ਤੇ ਸੱਟ ਮਾਰਨ ਦੀ ਖਾਤਰ ਇਹ ਗੱਲਾਂ ਚੁਣੀਆਂ ਨੇ। ਪੰਪਾਂ 'ਚੋਂ ਅਸੀਂ ਰਿਲਾਇੰਸ ਕਿਉਂ ਚੁਣਿਆ, ਅਡਾਨੀ ਦੇ ਅਸੀਂ ਗੋਦਾਮ ਕਿਉਂ ਚੁਣੇ ਨੇ? ਇਹ ਗੱਲ ਇਹ ਹੈ ਵੀ ਉਹ ਮੋਦੀ ਦੀ ਪਾਲਿਸੀ ਹੈ, ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਦੇ ਕੇ ਉਹਨਾਂ ਨੂੰ ਵੱਡੇ ਬਣਾਉਣਾ ਤੇ ਕਿਰਤੀਆਂ ਦੀ ਰੱਤ ਚੂਸਣਾ। ਇਹ ਰੋਸ ਤੇ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਅਸੀਂ। ਇਹ ਹੈ 31 ਜਥੇਬੰਦੀਆਂ ਇਕੱਠੀਆਂ ਹੋਈਆਂ ਜੀ, ਵਿੱਚ ਕੁਝ ਅਜਿਹੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਪਹਿਲਾਂ ਜਿਹੜੇ ਵਿਕੇ ਆ ਜੀ, ਸਿੱਧੇ ਲਫ਼ਜ਼ਾਂ 'ਚ ਕਹਿੰਦਾ ਮੈਂ, ਜਿਹੜੇ ਪਹਿਲਾਂ ਵਿਕੇ ਆ, ਚਿਹਰਮੈਨਾਂ ਲਈਆਂ ਉਹਨਾਂ ਨੇ। ਕੀ ਲੋਕਾਂ ਦਾ ਭਰੋਸਾ ਕਿਤੇ ਨਾ ਕਿਤੇ ਘੱਟ ਬਣਦਾ ਜਥੇਬੰਦੀਆਂ ਤੇ? ਕੀ ਫਿਰ ਤੁਸੀਂ ਕਿਵੇਂ ਲੋਕਾਂ ਦਾ ਭਰੋਸਾ ਬਹਾਲ ਰੱਖੋਗੇ ਜੀ? ਦੇਖੋ, ਇਹ ਸਵਾਲ ਜਿਹੜੇ ਵਿਕੇ ਨੇ ਤਾਂ ਉਹਨਾਂ ਤੇ ਕੀਤਾ ਜਾ ਸਕਦਾ, ਉਹਨਾਂ ਤੋਂ ਪੁੱਛਿਆ ਜਾ ਸਕਦਾ ਵੀ ਤੁਸੀਂ ਲੋਕਾਂ ਦਾ ਭਰੋਸਾ ਤੁਹਾਡੇ ਨਾਲ ਜਿਹੜੇ ਲਏ ਨੇ ਉਹਨਾਂ ਨੂੰ ਤੁਹਾਡੇ ਤੇ ਕਿਵੇਂ ਭਰੋਸਾ ਵੱਧ ਗਿਆ? ਅਸੀਂ ਤਾਂ ਸਿਰਫ ਇੱਕ ਗੱਲ ਦੇਖੀ ਹੈ ਕਿ ਜਿੰਨੇ ਲੋਕ ਵਿਰੋਧ ਕਰ ਰਹੇ ਨੇ ਆਰਡੀਨੈਂਸ ਦਾ, ਘੱਟ ਤੋਂ ਘੱਟ ਉਹਨਾਂ ਨਾਲ ਉਹ ਲੜ ਰਹੇ ਨੇ ਜਿਹੜੇ, ਉਹਨਾਂ ਨਾਲ ਇਸ ਇਸ਼ੂ ਤੇ ਵੀ ਮੁੱਦੇ ਤੇ ਲੜਨ ਦੀ ਸਾਂਝ ਰੱਖੀ ਜਾਵੇ। ਤੇ ਜਿੱਥੋਂ ਤੱਕ ਨਖੇੜੇ ਦਾ ਸਵਾਲ ਹੈ, ਸਾਡੀ ਜਥੇਬੰਦੀ ਤਾਂ ਪਹਿਲਾਂ ਸਾਫ਼ ਪੋਜੀਸ਼ਨ ਹੈ ਸਾਡੀ ਵੀ ਉਹਨਾਂ ਨਾਲ ਸਾਡੀ ਸਾਂਝੀ ਸਟੇਜ ਨਹੀਂ ਲੱਗ ਸਕਦੀ। ਅਸੀਂ ਨਖੇੜਾ ਤੁਸੀਂ ਨਹੀਂ ਸਟੇਜ ਲਾਓਗੇ ਸਾਂਝੀ, ਤਾਂ ਲੋਕ ਵਿੱਚ ਇਹ ਵੀ ਕਹਿ ਰਹੇ ਆ ਕਿ ਜਦੋਂ ਆਹ ਮੁੱਦਾ ਹੁਣ ਇੱਕ ਆ, ਸਾਰੇ ਜਥੇਬੰਦੀਆਂ ਨੂੰ ਵੀ ਨੀਤੀਆਂ ਅਲੱਗ-ਅਲੱਗ ਹੋਣਗੀਆਂ, ਤੁਹਾਡੀਆਂ ਨੀਤੀਆਂ ਅਲੱਗ ਆ, ਉਹਨਾਂ ਦੀਆਂ ਅਲੱਗ ਆ, ਵੀ ਆਹ ਮੁੱਦੇ ਤੇ ਘੱਟੋ ਘੱਟ ਸਾਰੇ ਜੇ ਸਿੰਗਰਾਂ ਨਾਲ ਵੀ ਗੱਲ ਹੋਵੇ, ਜਥੇਬੰਦੀਆਂ ਨਾਲ ਵੀ ਗੱਲ ਹੋਵੇ, ਤਾਂ ਸਾਰਿਆਂ ਨੂੰ ਇੱਕ ਮੁੱਦੇ 'ਤੇ ਇਕੱਠਾ ਹੋਣਾ ਚਾਹੀਦਾ। ਇੱਕ ਮੁੱਦੇ 'ਤੇ ਤੁਸੀਂ ਮੰਨਦੇ ਹੋ ਕਿ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ? ਮੁੱਦੇ ਤੇ ਬਿਲਕੁਲ ਇਕੱਠੇ ਹਾਂ ਤੇ ਹੋਣਾ ਚਾਹੀਦਾ। ਹੈਗੇ ਆ ਇਕੱਠੇ, ਅਸੀਂ ਇਕੱਠੇ ਹਾਂ। ਅਸੀਂ ਹੁਣ ਇੱਕ ਦੱਸੋ ਤੁਸੀਂ ਵੀ ਹੁਣ ਅਸੀਂ ਰੇਲਾਂ ਰੋਕਣੀਆਂ ਨੇ। ਰੇਲਾਂ ਕਿਹੜਾ ਇੱਕ ਥਾਂ ਨੇ, ਇੱਕ ਪੁਆਇੰਟ ਹੈ, 20 ਪੁਆਇੰਟ ਵੀ ਹੋ ਸਕਦੇ ਨੇ, 30 ਪੁਆਇੰਟ ਵੀ ਹੋ ਸਕਦੇ ਨੇ, 40 ਪੁਆਇੰਟ ਵੀ ਹੋ ਸਕਦੇ ਨੇ। ਅੱਡ ਬਹਿ ਜਾਣਗੇ ਜਿੱਥੇ ਜਿਨ੍ਹਾਂ ਦੇ ਵਿਚਾਰਧਾਰਕ ਮਤਭੇਦ ਨੇ। ਮੈਂ ਜਿਹੜੀ ਪਹਿਲਾਂ ਵਾਲੀ ਗੱਲ ਤੁਹਾਡੇ ਨਾਲ ਕਰਕੇ ਗਿਆ ਕਿ ਸਾਡੀ ਇੱਕਜੁੱਟਤਾ ਉਹ ਕਿਸੇ ਫਾਇਦੇ ਦੀ ਨਹੀਂ, ਜਿਹੜੀ ਲੋਕਾਂ ਨੂੰ ਸਟੇਜ ਤੋਂ ਦੇਖਣ ਨੂੰ ਜੁੱਤ-ਮਜੂਤੀ ਹੁੰਦੀ ਦਿਖੇ, ਉਹ ਗੱਲ ਨਾ ਹੋਵੇ। ਸਾਡੀ ਇੱਕਜੁੱਟਤਾ ਇਸੇ ਗੱਲ 'ਚ ਹੀ ਦਿਖ ਸਕਦੀ ਹੈ ਕਿ ਅਸੀਂ ਸੱਟ ਦੁਸ਼ਮਣ ਦੇ ਬਰਾਬਰ ਮਾਰੀਏ। ਸਾਡੀ ਕੋਈ ਜਿੱਥੇ ਭੇੜ ਹੋਣ ਦੀ, ਜਿੱਥੇ ਕਿਸੇ ਡਿਫਰੈਂਸ ਦਿਖਣ ਦੀ ਗੱਲ ਆਉਂਦੀ ਹੈ, ਉਹ ਤੋਂ ਬਚਾਅ ਰੱਖਿਆ ਜਾਵੇ। ਉਹ ਬਚਾਅ ਰੱਖਣ ਦਾ ਇੱਕੋ ਇੱਕ ਤਰੀਕਾ ਇਹ ਹੈ ਵੀ ਜਿਨ੍ਹਾਂ ਨਾਲ ਨਹੀਂ ਬਣਦੀ, ਉਹ ਆਪਣੀ ਜਥੇਬੰਦੀ ਦੀ ਵੱਖਰੀ ਸਟੇਜ, ਵਿਚਾਰਧਾਰਕ ਮਤਭੇਦ ਨੇ, ਉਹ ਵੱਖਰੀ ਸਟੇਜ ਲਾ ਕੇ ਲਾਉਣ। ਇਹ ਤੇ ਸਾਰੇ ਅਸੀਂ ਇੱਕ ਮਤ ਹਾਂ। ਆਰਡੀਨੈਂਸਾਂ ਦਾ ਵਿਰੋਧ ਵਿੱਚ ਹੀ ਲੱਖੋਆ, ਰਾਜਾ ਵਾਲੇ ਸਾਰੀ ਹੈ, ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਵਿੱਚ ਹੀ ਸਾਡੇ ਗਾਇਕ ਨੇ। ਅਸੀਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ। ਸਾਡੇ ਬੱਚੇ ਨੇ, ਸਾਡੇ ਬੱਚਿਆਂ 'ਚੋਂ ਨੇ। ਉਹਨਾਂ ਨੂੰ ਇਹ ਹੈ ਵੀ ਉਹਨਾਂ ਨੂੰ ਤਜਰਬਾ ਘੱਟ ਹੈ, ਸਾਡੇ ਕੋਲ ਤਜਰਬਾ ਹੈ, ਉਹਨਾਂ ਕੋਲ ਦਿਮਾਗ ਹੈ। ਇਸ ਕਰਕੇ ਅਸੀਂ ਤਾਂ ਉਹਨਾਂ ਦੀ ਇੱਜ਼ਤ ਤਾਂ ਕਰਦੇ ਹਾਂ, ਪਰ ਸਾਡੀ ਸਾਂਝ ਪੁੱਗੇ ਕਿਵੇਂ, ਇਹਦੇ ਵਾਸਤੇ ਜਿਵੇਂ ਮੈਦਾਨ ਦੇ ਵਿੱਚ ਸਮਾਂ ਥੋੜ੍ਹਾ, ਗੱਲਬਾਤ ਕਰਨ ਦਾ ਮੌਕਾ ਨਹੀਂ, ਸਾਂਝਾਂ ਕਰਨ ਦਾ ਮੌਕਾ ਨਹੀਂ ਮਿਲਿਆ, ਇਕੱਠੇ ਕਿਵੇਂ ਚੱਲ ਸੀਗੇ, ਇੱਕ ਦੂਜੇ ਦਾ ਸਹਿਯੋਗ ਕਿਵੇਂ ਕਰ ਸਕੀਏ, ਇਹ ਕੁਛ ਗੱਲਾਂ ਵਿਚਾਰਨ ਵਾਲੀਆਂ ਪਈਆਂ ਨੇ। ਅਸੀਂ ਸਾਰੇ ਬੱਚਿਆਂ ਦੀ ਕਦਰ ਕਰਦੇ ਹਾਂ। ਜਿਹੜੇ ਲੱਚਰ ਗੀਤ ਗਾਉਂਦੇ ਨੇ, ਅਸੀਂ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਵੀ ਪੁੱਤਰੋ ਮੁੜਿਓ, ਤੁਹਾਡਾ ਠੀਕ ਨਹੀਂ ਹੈ, ਇੱਧਰੋਂ ਐ ਮੁੜਨਾ, ਇੱਧਰੋਂ ਐ ਮੁੜਨਾ। ਉਹ ਸੋਚ ਰਹੇ ਨੇ, ਉਹ ਵੀ ਕਿਸਾਨੀ ਦੇ ਗੀਤ ਲਿਖਣ ਲੱਗੇ ਨੇ। ਸਾਰੇ ਮੁੜੇ ਹੋਣਗੇ ਹੌਲੀ ਹੌਲੀ, ਕਿਉਂਕਿ ਲੋੜ ਹੈ ਸਮੇਂ ਦੀ।
ਇਹੋ ਜਿਹਾ ਇੱਥੇ ਸਮਾਜ ਦੇ ਵਿੱਚ ਇਹੋ ਜਿਹਾ ਹਿੱਸਾ ਵੀ ਪਿਆ ਹੈ, ਜਿਹੜਾ ਕਹਿੰਦਾ ਵੀ ਗੀਤ ਹੀ ਚਾਹੁੰਦੇ ਆਉਣ ਦੇ, ਬਹੁਤ ਵੱਡਾ ਹਿੱਸਾ ਹੈ। ਕਿਉਂਕਿ ਅਸੀਂ ਫਿਰ ਉਹਨਾਂ ਹਿੱਸੇ ਨੂੰ, ਉਹਨਾਂ ਭਾਵਨਾ ਨੂੰ ਅਸੀਂ ਕਿਵੇਂ ਰੱਦ ਕਰ ਦਈਏ, ਉਹਨਾਂ ਦੇ ਵਿਚਾਰਾਂ ਨੂੰ ਅਸੀਂ ਕਿਵੇਂ ਕੈਚ ਕਰ ਲਈਏ, ਇਹ ਤੇ ਸਮਾਂ ਲੱਗੂਗਾ। ਸਾਰੇ ਲੋਕ ਅਜੇ ਦੇਸ਼ ਭਗਤੀ ਦੇ ਗੀਤ, ਸਾਡੇ ਸ਼ਹੀਦਾਂ ਦੇ ਗੀਤ, ਸ਼ਹੀਦਾਂ ਦੀਆਂ ਵਾਰਾਂ, ਕੁਰਬਾਨੀ ਵਾਲੀਆਂ ਗੱਲਾਂ, ਉਹ ਅਜੇ ਇੱਧਰ ਨੂੰ ਆਉਣ ਦਾ ਸਮਾਂ ਲੱਗਦਾ ਹੈ, ਕਿਉਂਕਿ ਬਚਪਨ ਵੀ ਹੁੰਦੇ ਆ, ਜਵਾਨੀ ਹੁੰਦੀ ਆ, ਕਈ ਪਰਤਾਂ ਆਉਂਦੀਆਂ ਨੇ ਜ਼ਿੰਦਗੀ 'ਚ, ਕਈ ਗੇੜ ਆਉਂਦੇ ਨੇ, ਉਹਦੇ 'ਚ ਅਸੀਂ ਕਿਸੇ ਦੀ ਭਾਵਨਾ ਨੂੰ ਕਿ ਰੱਦ ਕਰ ਸਕਦੇ ਹਾਂ, ਇਹ ਜੇ ਸਮਾਂ ਲੱਗੂਗਾ। ਜਥੇਬੰਦੀਆਂ ਦੇ ਵਿੱਚ ਤਕਰੀਬਨ ਸਾਰੀਆਂ ਦੇ ਵਿੱਚ ਹੀ ਨੌਜਵਾਨ ਘੱਟ ਆਉਂਦੇ ਆ, ਤਾਂ ਹੁਣ ਸ਼ਮੂਲੀਅਤ ਹੋਣ ਲੱਗੀ ਹੈ ਕਿਉਂਕਿ ਜਦੋਂ ਪਤਾ ਲੱਗਿਆ ਮੁੱਦਾ ਅਵੇਅਰ ਸਾਰਾ ਪੰਜਾਬ ਹੋਇਆ। ਪਰ ਤੁਹਾਨੂੰ ਨਹੀਂ ਲੱਗਦਾ ਗਾ ਕਿ ਇੱਕ ਜਥੇਬੰਦੀ ਦੇ ਵਿੱਚ ਨੌਜਵਾਨਾਂ ਦੀ ਇਕਾਈ ਬਣਾਈ ਜਾਵੇ, ਸਟੇਟ ਲੈਵਲ 'ਤੇ, ਜ਼ਿਲ੍ਹੇ ਲੈਵਲ 'ਤੇ, ਪਿੰਡ ਲੈਵਲ 'ਤੇ ਨੌਜਵਾਨਾਂ ਦੀ ਇਕਾਈ ਹੋਵੇ, ਇੱਕ ਚੰਗੇ ਬੁਲਾਰੇ ਹੋਣ, ਕਿਉਂਕਿ ਯੂਥ ਬੁਲਾਰਿਆਂ ਦੀ ਕਮੀ ਹੁੰਦੀ ਹੈ ਜਥੇਬੰਦੀ 'ਚ ਜੀ। ਮੰਨਦੇ ਤੁਸੀਂ ਇਹ ਗੱਲ ਨੂੰ ਵੀ ਨੌਜਵਾਨ ਯੂਥ ਬੁਲਾਰਾ ਸੁਣਨਾ ਚਾਹੁੰਦਾ ਜੀ, ਕੁਛ ਜਿਵੇਂ ਸੋਸ਼ਲ ਵਰਕਰ ਵਧੀਆ ਬੋਲਦੇ ਜੀ ਬੰਦੇ, ਜਿਵੇਂ ਲੱਖਾ ਸਿਧਾਣਾ ਹੋ ਗਿਆ ਜੀ ਜਾਂ ਕੋਈ ਹੋਰ ਹੋ ਗਿਆ, ਉਹਨਾਂ ਨੂੰ ਤੁਸੀਂ ਬੋਲਣ ਦਾ ਮੌਕਾ ਦਿਓਗੇ ਜਥੇਬੰਦੀ ਵਿੱਚ, ਅਗਾਈ ਕੋਈ ਬਣਾਓਗੇ, ਅੱਗੇ ਤੁਹਾਡੀ ਹੈਗੀ ਰਣਨੀਤੀ? ਦੇਖੋ, ਲੱਖਾ ਸਿਧਾਣਾ ਦਾ ਸਵਾਲ ਕੁਛ ਹੋਰ ਸਵਾਲ ਹੈ, ਜਿਹੜਾ ਨੌਜਵਾਨ ਦਾ ਸਵਾਲ ਹੈ ਕੁਛ ਹੋਰ ਸਵਾਲ ਹੈ। ਸਾਡੇ ਕੋਲੇ ਅਸੀਂ ਨੌਜਵਾਨ ਸਾਡੇ ਆਉਂਦੇ ਨੇ, ਅਸੀਂ ਫੈਸਲਾ ਕੀਤਾ ਹੈ ਵੀ ਜਿਹੜੀਆਂ ਸਟੇਜਾਂ ਪਹਿਲਾਂ ਲੱਗੀਆਂ ਨੇ, ਨੌਜਵਾਨਾਂ ਨੂੰ ਸਮਾਂ ਨਹੀਂ ਮਿਲਿਆ। ਅਸੀਂ ਇਹ ਫੈਸਲਾ ਕੀਤਾ ਕੱਲ੍ਹ, ਅੱਜ ਜਥੇਬੰਦੀ 'ਚ ਹੀ ਵਿਚਾਰਨ ਵਾਲਾ ਹੈ। ਅਸੀਂ ਬਣਾ ਰਹੇ ਹਾਂ ਸਕੀਮ ਵੀ ਜਿਹੜੀਆਂ ਹੁਣ ਸਟੇਜਾਂ ਚੱਲਣਗੀਆਂ, ਉਹਦੇ 'ਤੇ 1 ਘੰਟਾ ਪੂਰੇ ਨੌਜਵਾਨਾਂ ਵਾਸਤੇ, ਜਿਹੜੇ ਨਵੇਂ ਨੇ ਉਹਨਾਂ ਵਾਸਤੇ ਰੱਖਿਆ ਜਾਊਗਾ। 1 ਘੰਟਾ 5-5 ਮਿੰਟ ਦੇਈਏ, 7-7 ਮਿੰਟ ਦੇਈਏ, 1 ਘੰਟਾ ਜਿੰਨੇ ਵੀ ਉਹ ਸਟੇਜ 'ਤੇ ਬੁਲਾਰੇ ਬੋਲਣਾ ਚਾਹੁੰਦੇ ਨੇ, ਉਹਨੂੰ ਬੋਲ ਕੇ ਵੀ ਆਓ ਭਾਈ, ਜਿਨ੍ਹਾਂ ਨੇ ਬੋਲਣਾ ਨਾਂ ਲਿਖਾਓ। ਉਹ ਜੇ ਜ਼ਿਆਦੇ ਨਾ ਹੋਣਗੇ, ਉਹਨਾਂ ਨੂੰ ਅਗਲੇ ਦਿਨ ਬੁਲਾਇਆ ਜਾਊ। ਯਾਨੀ ਐਂ ਅਸੀਂ ਤਰਤੀਬ ਬਣਾ ਕੇ ਫਿਰ ਸਾਡਾ ਇੱਕ ਬੰਦਾ, ਇੱਕ ਟੀਮ ਬੈਠੂਗੀ, ਜਿਹੜੀ ਉਹਨਾਂ ਮੁੰਡਿਆਂ 'ਚੋਂ, ਬੋਲਣ ਵਾਲੇ ਮੁੰਡਿਆਂ 'ਚੋਂ ਮੁੰਡੇ ਛਾਂਟੂਗੀ ਵੀ ਇਹਨਾਂ 'ਚੋਂ ਬੁਲਾਰਾ ਕਿਹੜਾ। ਅਸੀਂ ਉਹਨਾਂ ਦੀ ਅੱਡ ਕਲਾਸ ਲਾਇਆ ਕਰਾਂਗੇ, ਜਿਹੜੀਆਂ ਗੱਲਾਂ ਉਹ ਗਲਤ ਬੋਲਣਗੇ ਉਹ ਕਹਾਂਗੇ ਵੀ ਇਹਨੂੰ ਐਂ ਮੋੜੋ। ਅਸੀਂ ਇਹ ਆਪਦਾ ਤਜਰਬਾ ਕਰ ਰਹੇ ਹਾਂ, ਪਿੰਡ ਦੇ ਵਿੱਚ ਕਮੇਟੀਆਂ ਵੀ ਬਣਾ ਰਹੇ ਹਾਂ। ਅਸੀਂ ਇਹ ਵੀ ਕਿਹਾ ਵੀ ਜਿਨ੍ਹਾਂ ਨੇ ਕਮੇਟੀਆਂ ਬਣਾਉਣੀਆਂ ਨੇ, ਕਿਸਾਨ ਜਥੇਬੰਦੀ ਦੀਆਂ ਕਮੇਟੀਆਂ ਬਣਾਉਣੀਆਂ, ਉਹ ਕਮੇਟੀਆਂ ਬਣਾ ਦਿਓ। ਜਿਨ੍ਹਾਂ ਨੇ ਬਾਕੀ ਹਿੱਸਾ ਜਿਹੜਾ ਭਗਤ ਸਿੰਘ ਦੀ ਵਿਚਾਰਧਾਰਾ ਦੇ ਜ਼ਿਆਦਾ ਨੇੜੇ ਜਾਣਾ ਚਾਹੁੰਦਾ, ਉਹ ਨੌਜਵਾਨ ਭਾਰਤ ਸਭਾ ਬਣਾ ਲਓ, ਨੌਜਵਾਨ ਭਾਰਤ ਸਭਾ ਦੇ ਨਾਲ ਕੰਮ ਕਰੋ। ਤੇ ਇਸ ਕਰਕੇ ਅਸੀਂ ਇੱਧਰ ਨੂੰ ਲੱਗੇ ਹੋਏ ਹਾਂ ਕਰਨ। ਤੁਸੀਂ ਕਿਹਾ ਕਿ ਮੌਕਾ ਮਿਲੂਗਾ ਨੌਜਵਾਨਾਂ ਨੂੰ, ਕੀ ਉਹਨਾਂ ਦੇ ਵਿੱਚ ਜਿਹੜੇ ਚੰਗੇ ਕਲਾਕਾਰ ਆ, ਸੁਹਿਰਦ ਕਲਾਕਾਰ ਆ, ਉਹਨਾਂ ਨੂੰ ਵੀ ਮੌਕਾ ਮਿਲ ਸਕਦਾ ਬੋਲਣ ਦਾ? ਜਿਹੜੇ ਚੰਗੇ ਕਲਾਕਾਰ ਨੇ ਉਹਨਾਂ ਨੂੰ ਮੌਕਾ ਕਿਉਂ ਨਹੀਂ ਦੇਵਾਂਗੇ, ਅਸੀਂ ਦੇਵਾਂਗੇ ਮੌਕਾ ਨੂੰ, ਬਿਲਕੁਲ। ਅੱਗੇ ਤੁਹਾਡੇ ਕੋਈ ਕਿਸੇ ਦਿੱਲੀ ਤੋਂ ਕਿਸੇ ਨੁਮਾਇੰਦੇ ਨੇ, ਕਿਸੇ ਬੀਜੇਪੀ ਦੇ ਦਿੱਲੀ ਦੇ ਨੁਮਾਇੰਦੇ ਨੇ ਕੋਈ ਤੁਹਾਡੇ ਤੱਕ ਪਹੁੰਚ ਕੀਤੀ ਹੈ ਤੁਹਾਡੀਆਂ ਮੰਗਾਂ ਦੀ ਖਾਤਰ, ਕੋਈ ਗੱਲਬਾਤ ਕਰਨ ਦੀ ਖਾਤਰ? ਜੇ ਇੱਕ ਦਿਨ ਪਹਿਲਾਂ ਗੱਲ ਹੋਈ ਸੀ, ਇੱਕ ਮੇਰਾ ਜਿਹੜਾ ਦੂਜਾ ਨੰਬਰ ਹੈ, ਜਿਹੜਾ ਆਮ ਪਾਪੂਲਰ ਨੰਬਰ ਹੈ, ਉਹਦੀ ਵੈਲਿਡਿਟੀ ਖਤਮ ਹੋਈ ਹੈ। ਕੱਲ੍ਹ ਕੋਸ਼ਿਸ਼ ਕਰਦੇ ਰਹੇ, ਕੱਲ੍ਹ ਮੈਨੂੰ ਸ਼ਾਮ ਨੂੰ ਸੁਨੇਹਾ ਲੱਗਿਆ ਵੀ ਉਹ ਫਿਰ ਸੁਰਜੀਤ ਜਿਆਣੀ ਹੈ, ਕੋਈ ਸਾਬਕਾ ਸਿਹਤ ਮੰਤਰੀ, ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ। ਉਹ ਅੱਜ ਸਵੇਰੇ ਜ਼ਿਆਦਾ ਕਾਹਲ ਕਰਕੇ ਮੇਰੇ ਤੋਂ ਫਿਰ ਉਹਦੇ ਨਾਲ ਕੋਈ ਗੱਲ ਨਹੀਂ ਹੋ ਸਕੀ। ਹੈ ਉੱਧਰੋਂ ਆ ਰਿਹਾ ਵੀ ਅਸੀਂ ਗੱਲ ਕਰਨੀ। ਜੇ ਪਹੁੰਚ ਹੁੰਦੀ ਆ, ਕੀ ਮੰਗ ਹੋਊਗੀ ਕਿ ਬਿੱਲ ਬਿਲਕੁਲ ਹੀ ਰੱਦ ਹੋਊਗਾ ਜਾਂ ਕੋਈ ਸੋਧ ਕਰਨ ਦੀ ਗੱਲ ਕਰੋਗੇ? ਕੀ ਮੰਗ ਰੱਖੋਗੇ ਉੱਥੇ? ਸਾਡੀ ਮੰਗ ਆਰਡੀਨੈਂਸ ਰੱਦ ਕਰੋ, ਇੱਕੋ ਹੀ ਮੰਗ, ਇਹਨੂੰ ਖਤਮ ਕਰੋ, ਇਹ ਨੁਕਸਾਨ ਕਰਦੇ ਨੇ, ਇਹ ਕਾਰਪੋਰੇਟ ਦੇ ਘਰਾਣੇ ਦੇ ਫਾਇਦੇ ਦੀ ਖਾਤਰ ਕੀਤੇ ਨੇ, ਸਾਨੂੰ ਕੀ ਮਾਰ ਦਿਓ। ਆਪਣੀ ਮੰਗ ਇਹ ਹੋਊਗੀ। ਜੇ ਉਹ 5 ਜਥੇਬੰਦੀਆਂ ਚੋਂ 5 ਆਗੂਆਂ ਨੂੰ ਚੁਣਦੇ ਆ, ਤਾਂ ਉੱਥੇ ਤੁਹਾਡਾ ਕੋਈ ਰੌਲਾ ਤਾਂ ਨਹੀਂ ਪਊਗਾ ਵੀ ਕਿਹਨੇ ਜਾਣਾ ਕਿਉਂਕਿ 31 ਜਥੇਬੰਦੀਆਂ ਜੀ, ਉੱਥੇ ਫਿਰ ਤੁਸੀਂ ਕਿਹੜੇ 5 ਆਗੂਆਂ ਨੂੰ ਭੇਜੋਗੇ? ਤੇ ਲੋਕਾਂ ਨੂੰ ਇਹ ਵੀ ਆ ਨਾ, ਜਦੋਂ ਉੱਥੇ ਜਾ ਕੇ ਕੋਈ ਉਹ ਬੁਰਕੀ ਨਾ ਸਿੱਟ ਦੇਣ, ਕੋਈ ਉਹ ਪੈਸੇ ਨਾ ਦੇ ਦੇਣ, ਖਰੀਦੇ ਨਾ ਜਾ ਸਕਣ, ਲੋਕਾਂ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਡਰ ਹੁੰਦਾ ਜੀ। ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਜਦੋਂ ਕਿਤੇ ਇਹੀ ਜਿਹੀ ਸਟੇਜ ਆਊਗੀ, ਉਦੋਂ ਬਕਾਇਦਾ ਜਥੇਬੰਦੀਆਂ 'ਚ ਤੈਅ ਹੋ ਕੇ 5-4 ਬੰਦੇ ਭੇਜੇ ਜਾਣਗੇ, ਜੋ ਤੈਅ ਹੋਊਗਾ ਉਹੀ ਉਹਨਾਂ ਨੂੰ ਉੱਥੇ ਕਹਿਣਾ ਪਊਗਾ। ਵੱਖਰੀ ਗੱਲ ਕੋਈ ਕਹੂਗਾ ਤਾਂ ਉਹ ਨੁਕਸਾਨ ਕਹੂਗਾ, ਕਿਉਂਕਿ ਜਾਣਗੇ ਜਦੋਂ ਪਾਸ ਹੋਇਆ ਫੈਸਲਾ ਹੁੰਦਾ, ਉਹੀ ਲਾਗੂ ਕਰਨਾ ਹੁੰਦਾ, ਜਥੇਬੰਦੀਆਂ ਦੇ ਅਸੂਲ ਨੇ, ਉਹੀ ਬੋਲਣਗੇ ਜੋ ਪਾਸ ਹੋਊਗਾ। ਤੁਸੀਂ ਹਮੇਸ਼ਾ ਪਾਰਟੀਆਂ ਨੂੰ ਨਿਸ਼ਾਨੇ ਤੇ ਲੈਂਦੇ ਰਹੇ ਹੋ, ਪਰ ਹੁਣ ਕੈਪਟਨ ਨੇ ਇਹ ਮੀਟਿੰਗ ਸੱਦੀ ਆ ਜੀ ਜਥੇਬੰਦੀਆਂ ਦੀ, ਇਹਨੂੰ ਕਿਵੇਂ ਵੇਖਦੇ ਹੋ? ਕੀ ਸਰਕਾਰ ਨਾਲ ਮਿਲ ਕੇ ਚੱਲ ਸਕਦੇ ਹੋ? ਕਿਉਂਕਿ ਉਹ ਵੀ ਵਿਰੋਧ ਕਰਦੇ, ਉਹ ਵੀ ਧਰਨੇ ਤੇ ਕੱਲ੍ਹ ਬਹਿ ਗਏ ਜੀ, ਤੁਸੀਂ ਤਾਂ ਕਰਦੇ ਹੀ ਕਰਦੇ ਹੋ। ਕੋਈ ਸਾਂਝ ਤੁਹਾਡੀ ਬਣ ਸਕਦੀ ਹੈ ਸਰਕਾਰ ਨਾਲ? ਇਹ ਪੋਸੀਬਲ, ਇਹ ਬਿਲਕੁਲ ਨਹੀਂ ਹੋ ਸਕਦਾ। ਸਰਕਾਰ ਨਾਲ ਇੱਕ ਸਾਂਝ ਹੋਵੇ ਵੀ ਸਰਕਾਰ ਨਾਲ ਅਸੀਂ ਇਕੱਠੇ ਧਰਨਾ ਲਾ ਲਈਏ, ਕੱਲ੍ਹ ਨੂੰ ਕੈਪਟਨ ਕਹੇ ਵੀ ਮੈਂ ਲੱਗਦਾ ਮੂਹਰੇ, ਤੁਸੀਂ ਚਲੋ ਦਿੱਲੀ, ਮੈਂ ਤੁਹਾਡੇ ਮਗਰਾਂ। ਦੇਖੋ, ਇਹ ਮੈਂ ਇਕੱਲੀ ਸਾਡੀ ਜਥੇਬੰਦੀ ਬਾਰੇ ਕਹਿ ਸਕਦਾ, ਦੂਜੀਆਂ ਜਥੇਬੰਦੀਆਂ ਕਹਿ ਸਕਦੇ ਨੇ ਵੀ ਤੁਸੀਂ ਮੂਹਰੇ ਲੱਗੋ, ਪਰ ਸਾਡੀ ਜਥੇਬੰਦੀ ਬਿਲਕੁਲ ਨਹੀਂ ਜਾਊਗੀ। ਸਾਡਾ ਸਾਫ਼ ਜਵਾਬ, ਉਹਨਾਂ ਨਾਲ ਨਹੀਂ ਸਾਡੀ ਚੱਲ। ਜੀ, ਅੰਤ ਦੇ ਵਿੱਚ ਕੀ ਸੁਨੇਹਾ ਦਿਓਗੇ ਜਥੇਬੰਦੀਆਂ ਨੂੰ, ਸਿਆਸੀ ਲੋਕਾਂ ਨੂੰ ਤੇ ਨੌਜਵਾਨਾਂ ਨੂੰ? ਜਥੇਬੰਦੀਆਂ ਨੂੰ ਇਹ ਸੁਨੇਹਾ ਵੀ ਲੜੋ ਜਿਵੇਂ ਲੜ ਰਹੇ ਹੋ, ਚੰਗੀ ਗੱਲ ਹੈ। ਨੌਜਵਾਨਾਂ ਨੂੰ ਇਹ ਵੀ ਜਿਵੇਂ ਤੁਸੀਂ ਸਹਿਯੋਗ ਦਿੱਤਾ ਹੈ, ਪੁੱਤਰੋ ਆਓ, ਅਸੀਂ ਤਾਂ ਆਪਦੀ ਕੱਟ ਲਈ, ਤੁਹਾਡੀ ਹੈ ਹੁਣ, ਤੁਹਾਡੀ ਹੈ। ਅਸੀਂ ਆਪਦੇ ਬੱਚਿਆਂ ਨੂੰ ਜਵਾਬ ਦੇਣ ਜੋਗੇ ਹਾਂ ਵੀ ਅਸੀਂ ਤਾਂ ਸਾਰੀ ਜ਼ਿੰਦਗੀ ਭਾਈ ਲਾਤੀ ਇਸੇ ਖਾਤਰ,
ਤੁਸੀਂ ਆਪਦੇ ਬੱਚਿਆਂ ਨੂੰ ਕੀ ਜਵਾਬ ਦੇਣਾ ਹੈ? ਤੁਸੀਂ ਦੇਖੋ, ਆ ਜਾਓ ਮੈਦਾਨ 'ਚ, ਟਾਈਮ ਹੈ, ਵੇਲੇ ਖੁੱਝ ਗਿਆ, ਫਿਰ ਹੱਥ ਨਹੀਂ ਕੁਛ ਆਉਣਾ। ਜੀ। ਇੱਕ ਲਾਸਟ ਸਵਾਲ ਇਹ ਹੈ ਜੀ, ਕੀ ਜੋਗਿੰਦਰ ਸਿੰਘ ਅਗਰਾਹਾਂ ਵਿਕ ਸਕਦਾ? ਬਿਲਕੁਲ ਵਿਕ ਸਕਦਾ ਹੈ। ਇਹ ਤੇ ਸਾਰਾ ਕੁਛ ਮਾਲ ਵਿਕਾਊ ਹੈ, ਪਰ ਗੱਲ ਇਹ ਹੈ, ਖਰੀਦਦਾਰ ਕੋਈ ਹੈ? ਜੋ ਜੋਗਿੰਦਰ ਉਗਰਾਹਾਂ ਮੰਗਦਾ ਹੈ, ਉਹ ਦੇ ਦੋਗੇ, ਫਿਰ ਮੈਂ ਵਿਕ ਸਕਦਾ। ਕਰ ਦਿਓ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ, ਕਰ ਦਿਓ ਰੁਜ਼ਗਾਰ ਦੇ ਮਸਲੇ ਹੱਲ, ਕਰ ਦਿਓ ਵਿੱਦਿਆ ਫਰੀ, ਕਰ ਦਿਓ ਸਿਹਤ ਸੇਵਾਵਾਂ ਫਰੀ, ਕਰ ਦਿਓ ਕਿਸਾਨੀ ਨੂੰ ਖੁਸ਼ਹਾਲ, ਕਰ ਦਿਓ ਇੱਥੇ ਬਰਾਬਰਤਾ ਦਾ ਰਾਜ, ਭਗਤ ਸਿੰਘ ਦਾ ਰਾਜ ਕਾਇਮ। ਅਸੀਂ ਵਿਕ ਸਕਦੇ ਹਾਂ, ਵਿਕੀ ਹਾਂ। ਫਿਰ ਅਸੀਂ ਉਹਨਾਂ ਤੋਂ ਬਾਹਰ ਕਿੱਧਰ ਜਾਵਾਂਗੇ? ਉਹਨਾਂ ਦੀ ਬਣ ਜਾਵਾਂਗੇ ਜਿਹੜੇ ਇਹ ਸਾਰਾ ਕੁਛ ਕਰਨਗੇ। ਬਾਬੇ ਨਾਨਕ ਵਾਲੀ ਕਾਣੀ ਵੰਡ ਖਤਮ ਕਰ ਦਿਓ, ਅਸੀਂ ਵਿਕ ਜਾਵਾਂਗੇ, ਤੁਹਾਡੇ ਨਾਲ ਹੀ ਆ ਜਾਵਾਂਗੇ। ਜਿਹੜਾ ਕੁਛ ਕਹੋਗੇ ਤੁਸੀਂ। ਵਿਕਣ ਦਾ ਮਤਲਬ ਇਹੀ ਹੈ ਵੀ ਉਹ ਜੋ ਕਹਿਣ ਉਹੀ ਬੋਲੀ ਬੋਲਾਂਗੇ। ਫਿਰ ਅਸੀਂ ਕਹਿ ਦਾਂਗੇ ਅਸੀਂ, ਕਰ ਦਿਓ ਸਾਰਾ ਕੁਛ, ਤਿਆਰ ਹਾਂ ਵਿਕਣ। ਬਹੁਤ ਧੰਨਵਾਦ ਜੀ ਰੇਡੀਓ ਪੰਜਾਬ ਟੂਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਜੀ, ਧੰਨਵਾਦ ਜੀ। ਸੋ ਇਹ ਸਨ ਜੋਗਿੰਦਰ ਸਿੰਘ ਜੀ ਅਗਰਾਹਾਂ, ਜਿਨ੍ਹਾਂ ਨੇ ਕਿਹਾ ਗਾ ਕਿ ਜਿਹੜੇ ਕਲਾਕਾਰ ਆ ਉਹਨਾਂ ਦੇ ਚੰਗੇ ਕਲਾਕਾਰਾਂ ਨਾਲ ਵੀ ਸਾਡੀ ਜਿਹੜੀ ਸਾਂਝ ਬਣ ਸਕਦੀ ਆ, ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਇਹਨਾਂ ਨੇ ਕਿਹਾ ਵੀ ਲੋੜ ਹੈਗੀ ਆ। ਇਹਨਾਂ ਨੇ ਕਿਹਾ ਕਿ ਦਿੱਲੀ ਜਾਣ ਦੀ ਲੋੜ ਨਹੀਂ ਹੈਗੀ, ਕਿ ਇੱਥੇ ਹੀ ਅਸੀਂ ਦਿੱਲੀ ਬਣਾਵਾਂਗੇ। ਇੱਥੇ ਜਿਹੜੇ ਕਾਰਪੋਰੇਟ ਦੇ ਜਿਹੜੇ ਮਾਲ ਹੋ ਗਏ ਜਾਂ ਪੈਟਰੋਲ ਪੰਪ ਹੋ ਗਿਆ, ਉਹਨਾਂ ਨੂੰ ਅਸੀਂ ਘੇਰਾਂਗੇ। ਇਹਨਾਂ ਨੇ ਰੇਲਾਂ ਵੀ ਅਗਲੇ ਪ੍ਰੋਗਰਾਮ ਰੇਲਾਂ ਵੀ ਰੁਕਣੀਆਂ ਗਈਆਂ। ਸਾਡੀ ਕੋਸ਼ਿਸ਼ ਆ ਕਿ ਕਿਸਾਨ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਜਾਂ ਬੜੇ ਮੇਨ ਬੁਲਾਰੇ ਆ, ਉਹਨਾਂ ਨੂੰ ਤੁਹਾਡੇ ਰੂਬਰੂ ਕਰੀਏ। ਤੁਸੀਂ ਵੇਖਦੇ ਰਹੋ ਰੇਡੀਓ ਪੰਜਾਬ ਟੂਡੇ ਦੇ। ਜਿਹੀਆਂ ਹੀ ਹੋਰ ਸ਼ਖਸੀਅਤਾਂ ਨੂੰ, ਕਿਸਾਨ ਆਗੂ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਗੋਬਿੰਦਰ ਸਿੰਘ ਜੰਗੀਆਂ ਨੂੰ ਦਿਓ ਇਜਾਜ਼ਤ। ਧੰਨਵਾਦ।